ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰ ਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ, ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਾਰੋਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ, ਬੰਦੋਂ ਕਰ ਅਨੁਰਾਗਾ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ। ਲਹਿਣੇ ਆਏ ਬਹਿਰਤ ਕਾਲਾ, ਤ੍ਰਿਣ ਕੋ ਬਾਂਧਿਓ ਪਾਰ ਬਿਸਾਲਾ। ਪੰਕ ਨੀਰ ਨੁਚਰਤ ਜਹ ਮਾਹੀ, ਲੀਨ ਉਠਾਏ ਸੀਸ ਪਰ ਤਾਹੀ। ਲਹਿਣੇ ਆਏ ਵਹਿਰ ਤਤਕਾਲਾ, ਤ੍ਰਿਣ ਕੋ ਬਾਂਧਿਓ ਪਾਰ ਬਿਸਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਹਾਨਾਨ ਪਹਾਨ, ਦੇਵਾਨ ਦੇਵ ਉਪਮਾ ਮਹਾਨ। ਧਨ ਧਨ ਜੁਗਹੁ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ। ਹਲਤ ਪਲਤ ਕੇ ਰੱਖਿਅਕ, ਵਾਲੀਏ ਦੋ ਜਹਾਨ। ਕੁਲ ਆਲਮ ਦੇ ਰਹਿਬਰ, ਸ਼ਬਦਾ ਅਵਤਾਰ। ਸ਼ਬਦ ਗੁਰੂ ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ
ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਪਿਛਲੇ ਦੀਵਾਨਾਂ ਦੇ ਵਿੱਚ ਆਪ ਜੀਆਂ ਨੇ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਬਾਬਾ ਲਹਿਣਾ ਜੀ ਦੇ ਤੌਰ ਤੇ ਗੁਰੂ ਘਰ ਦੇ ਵਿੱਚ ਪਹੁੰਚਣਾ ਕੀਤਾ, ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਨੀ ਕੀਤੀ ਸੀ। ਸਤਿਗੁਰੂ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਵਾਪਸ ਜਦੋਂ ਆਪਣੇ ਨਗਰ ਖਡੂਰ ਸਾਹਿਬ ਨੂੰ ਜਦੋਂ ਚੱਲ ਗਏ, ਲੇਕਿਨ ਜ਼ਿਆਦਾ ਸਮਾਂ ਖਡੂਰ ਸਾਹਿਬ ਨਹੀਂ ਰਹਿ ਸਕੇ। ਇਤਿਹਾਸਕਾਰ ਦੱਸਦੇ ਹਨ ਕਿ ਇੱਕ ਦਿਨ ਇੱਕ ਰਾਤ ਆਪਣੇ ਨਗਰ ਦੇ ਵਿੱਚ ਬਤੀਤ ਕਰਕੇ ਫਿਰ ਬਾਬਾ ਲਹਿਣਾ ਜੀ ਅਗਲੇ ਦਿਨ ਤਿਆਰ ਹੋ ਗਏ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਤੇ ਸਵਾ ਮਨ ਭਾਰ ਦਾ ਲੂਣ ਜਿਹੜਾ ਹੈ ਉਹਨਾਂ ਨੇ ਉਹਦੀ ਭੰਡ ਬਣਨੀ ਕੀਤੀ ਤੇ ਉਨੇ ਕੋ ਚਿਰ ਦੇ ਵਿੱਚ ਉਹਨਾਂ ਦਾ ਭਾਣਜਾ ਜਿਹੜਾ ਉਹ ਆ ਗਿਆ। ਮਹਾਰਾਜ ਜੀ ਨੇ ਕਿਹਾ ਕਿ ਭਾਈ ਆ ਭਾਰ ਜਿਹੜਾ ਮੇਰੇ ਸਿਰ ਤੇ ਤੁਸੀਂ ਧਰਨਾ ਕਰੋ। ਅੱਗੋਂ ਉਹਨਾਂ ਦੇ ਭਾਣਜੇ ਨੇ ਕਿਹਾ ਕਿ ਮਾਮਾ ਜੀ ਤੁਸੀਂ ਇੰਨੇ ਵੱਡੇ ਸਰਮਾਏਦਾਰ ਹੋ, ਕਿਹੜਾ ਕੋਈ ਆਪਣੇ ਕੋਲ ਘਾਟਾ ਹੈ? ਬਹੁਤ ਸਾਰੇ ਨੌਕਰ ਚਾਕਰ ਹਨ ਭਾਰ ਬਰਦਾਰੀ ਕਰਨ ਵਾਸਤੇ, ਇਹੋ ਜਿਹਾ ਕੀ ਕੰਮ ਅੜ ਗਿਆ ਤੁਸੀਂ ਉਹਨਾਂ ਨੂੰ ਛੱਡ ਕਰਕੇ ਆਪ ਸਿਰ ਦੇ ਉੱਤੇ ਭਾਰ ਚੱਕੀ ਜਾ ਰਹੇ ਹੋ? ਜੇ ਤੁਸੀਂ ਮੈਨੂੰ ਕਹੋਗੇ ਤੇ ਮੈਂ ਜਾ ਕਰਕੇ ਉਹਨਾਂ ਨੌਕਰਾਂ ਨੂੰ ਬੁਲਾ ਕੇ ਲਿਆਵਾਂ। ਨੌਕਰਾਂ ਨੂੰ ਕਾਹਦੇ ਵਾਸਤੇ ਆਪਾਂ ਨੇ ਰੱਖਣਾ ਕੀਤਾ? ਤਾਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਨਹੀਂ ਭਾਈ, ਇਹ ਭਾਰ ਜਿਹੜਾ ਹੈ ਇਹ ਅਸਾਂ ਨੇ ਆਪ ਲੈ ਕੇ ਜਾਣਾ, ਸੇਵਾ ਕਰਨ ਵਾਸਤੇ ਜਾਣਾ। ਤਾਂ ਫਿਰ ਉਹਨਾਂ ਦੇ ਭਾਣਜੇ ਨੇ ਕਿਹਾ ਠੀਕ ਹੈ ਮਾਮਾ ਜੀ, ਜੇ ਆਪਾਂ ਹੀ ਲੈ ਕੇ ਜਾਣਾ ਤੇ ਕੋਈ ਕਹੋਗੇ ਮੈਂ ਇਹਨੂੰ ਨਾਲ ਲੈ ਕਰਕੇ ਜਾਣਾ ਹੈ, ਚੱਲਣਾ ਹੈ। ਤਾਂ ਬਾਬਾ ਲਹਿਣਾ ਜੀ ਨੇ ਕਿਹਾ ਨਹੀਂ ਭਾਈ, ਜੇ ਕੁਛ ਗੁਰੂ ਘਰ ਦੇ ਵਿੱਚੋਂ ਕੁਛ ਪ੍ਰਾਪਤ ਕਰਨਾ ਤੇ ਕੁਛ ਉਹਨਾਂ ਨੂੰ ਸੇਵਾ ਵੀ ਕਰਨੀ ਚਾਹੀਦੀ ਹੈ। ਮੈਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੋਲ ਜਾ ਰਿਹਾ ਹਾਂ ਤੇ ਇਹ ਦਰਸ਼ਨੀ ਭੇਟਾ ਹੈ ਤੇ ਮੇਰੇ ਮਨ ਦੀ ਇਹ ਭਾਵਨਾ ਸ਼ਰਧਾ, ਇਹਨੂੰ ਮੈਂ ਆਪ ਚੁੱਕ ਕੇ ਲੈ ਕੇ ਜਾਵਾਂ, ਆਪ ਮੈਂ ਸੇਵਾ ਕਰਾਂ, ਤਾਂ ਜਾ ਕਰਕੇ ਮੈਨੂੰ ਇਹਦਾ ਫਲ ਪ੍ਰਾਪਤ ਹੋਵੇਗਾ। ਇੰਜ ਕਹਿ ਕਰਕੇ ਉਹ ਲੂਣ ਦੀ ਪੰਡ ਜਿਹੜੀ ਹੈ ਆਪਣੇ ਸਿਰ ਦੇ ਉੱਤੇ ਚਕਵਾਉਣੀ ਕੀਤੀ। ਤਾਂ ਸਹਿਜੇ ਸਹਿਜੇ ਚੱਲ ਕਰਕੇ ਬਾਬਾ ਲਹਿਣਾ ਜੀ ਕਰਤਾਰਪੁਰ ਸਾਹਿਬ ਪਹੁੰਚਦੇ ਹਨ। ਜਦੋਂ ਉੱਥੇ ਜਾ ਕਰਕੇ ਪਹੁੰਚੇ, ਮਾਤ ਜੀ ਨੇ ਅੱਗੇ ਬਚਨ ਕਰਨਾ ਕੀਤਾ। ਮਾਤਾ ਜੀ ਨੂੰ ਪੁੱਛਦੇ ਹਨ ਕਿ ਮਾਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨਜ਼ਰ ਨਹੀਂ ਆ ਰਹੇ ਹਨ, ਉਹ ਕਿੱਥੇ ਹਨ? ਤੇ ਅੱਗੋਂ ਮਾਤ ਸੁਲੱਖਣੀ ਜੀ ਨੇ ਕਹਿ ਦਿੱਤਾ ਕਿ ਪੁਰਖਾ ਇੱਥੋਂ ਆ ਫਲਾਨੀ ਦਿਸ਼ਾ ਦੇ ਵਿੱਚ ਇੰਨੇ ਫਰਲਾਂਗ ਦੇ ਉੱਤੇ ਆਪਣੀ ਖੇਤੀ ਹੈ। ਸਤਿਗੁਰੂ ਮਹਾਰਾਜ ਧਾਨ ਦੀ ਬੁਆਈ ਕਰਨ ਵਾਸਤੇ ਉੱਥੇ ਗਏ ਹੋਏ ਹਨ। ਤਾਂ ਸੁਣ ਕਰਕੇ ਵਾਹਵਦਾਈ ਦੇ ਨਾਲ ਭੱਜ ਕਰਕੇ ਉੱਥੇ ਜਦੋਂ ਪਹੁੰਚਦੇ, ਦੂਰੋਂ ਹੀ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਹੋਏ, ਮਨ ਇੱਕਦਮ ਗਦਗਦ ਹੋ ਗਿਆ, ਮਨ ਇੱਕਦਮ ਖਿੜ ਗਿਆ। ਭੱਜ ਕਰਕੇ ਗਏ ਤੇ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਆਪਣਾ ਸੀਸ ਰੱਖ ਕਰਕੇ ਮੱਥਾ ਟੇਕਣਾ ਕੀਤਾ ਤੇ ਨਾਲ ਫਿਰ ਬੇਨਤੀ ਕੀਤੀ, ਬਚਨ ਕਰਨਾ ਕੀਤਾ, ਕਿਰਪਾ ਕਰੋ ਸਤਿਗੁਰੂ ਮਹਾਰਾਜ ਮੈਨੂੰ ਆਪਣਾ ਦਾਸ ਜਾਣ ਕਰਕੇ ਸੇਵਾ ਦੇ ਵਿੱਚ ਲਾਓ। ਕਿਉਂਕਿ ਉਸ ਵੇਲੇ ਸਤਿਗੁਰੂ ਮਹਾਰਾਜ ਵੀ ਕਿਰਤ ਕਰ ਰਹੇ ਸਨ ਤੇ ਨਾਲ ਦੇ ਸਿੱਖ ਜਿਹੜੇ ਹਨ ਉਹ ਵੀ ਸ਼ਰਧਾ ਭਾਵਨਾ ਦੇ ਨਾਲ ਕਿਰਤ ਕਰ ਰਹੇ ਸਨ। ਤੇ ਜਦੋਂ ਬਾਬਾ ਲਹਿਣਾ ਜੀ ਨੇ ਕਿਹਾ ਕਿ ਮਹਾਰਾਜ ਕਿਰਪਾ ਕਰੋ ਮੈਨੂੰ ਵੀ ਸੇਵਾ ਤੇ ਲਾਓ, ਤਾਂ ਮਹਾਰਾਜ ਜੀ ਨੇ ਕਿਹਾ ਕਿ ਪੁਰਖਾ ਆਰੰਭਾ ਲੈ ਲਿਓ। ਤੇ ਇਹ ਲੈ ਕਰਕੇ
ਆ ਜੋ ਖੇਤੀ ਹੈ, ਖੇਤੀ ਦੇ ਵਿੱਚੋਂ ਜੋ ਖੇਤੀ ਦੇ ਦਾ ਘਾਹ ਪੱਠਾ ਜਿਹੜਾ ਹੈ ਉਹਦਾ ਕੋਲ ਕੱਢ ਦੇਣਾ ਕਰੋ, ਭਾਵ ਕਿ ਖੇਤ ਕੱਢ ਦੇਣਾ ਕਰਨਾ ਕਰੋ, ਖੇਤਾਂ ਦੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਖੇਤੀਬਾੜੀ ਦੇ ਮਹਾਰਾਜ ਨੂੰ ਕਰਨੀ ਸੀ ਬਾਬਤ, ਕਿਉਂਕਿ ਮਹਾਰਾਜ ਜੀ ਦਾ ਕਿਉਂਕਿ ਕੰਮ ਜਿਹੜਾ ਹੈ ਵਣਜ ਵਪਾਰ ਕਰਨ ਦਾ, ਤੇ ਕਦੇ ਮਹਾਰਾਜ ਜੀ ਨੇ ਕਿਰਸਾਨੀ ਨਹੀਂ ਕਰਨੀ ਕੀਤੀ, ਤੇ ਜਿਨ੍ਹਾਂ ਨੇ ਕਿਰਸਾਨੀ ਨਹੀਂ ਕੀਤੀ ਹੈ ਉਹਨਾਂ ਨੂੰ ਕਿਰਸਾਨੀ ਦਾ ਕੰਮ ਵੀ ਨਹੀਂ ਆਉਂਦਾ। ਲੇਕਿਨ ਮਹਾਰਾਜ ਜੀ ਦਾ ਬਚਨ ਮੰਨ ਕਰਕੇ ਤਾਂ ਲੱਗ ਗਏ ਖੇਤੀ ਦਾ ਕੰਮ ਕਰਨ ਵਾਸਤੇ, ਲੇਕਿਨ ਪਤਾ ਨਹੀਂ ਚੱਲਿਆ, ਤੇ ਕਈ ਵਾਰੀ ਫਿਰ ਉਹ ਨਦੀਨ ਕੱਢਦਿਆਂ ਸਤਿਗੁਰੂ ਮਹਾਰਾਜ ਜੀ ਨੇ ਜੋ ਬੁਆਈ ਕੀਤੀ ਸੀ ਧਾਨ ਦੀ, ਉਹਨੂੰ ਵੀ ਮਹਾਰਾਜ ਜੀ ਨੇ ਪੁੱਟ ਦੇਣਾ ਕੀਤਾ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੇਖ ਕਰਕੇ ਕਿਹਾ, ਪੁਰਖਾ ਇਹ ਤੁਹਾਡੇ ਤੋਂ ਕੰਮ ਨਹੀਂ ਹੋ ਕਰਕੇ ਆਉਣਾ, ਤੁਹਾਨੂੰ ਪਤਾ ਨਹੀਂ ਹੈ, ਤੁਸੀਂ ਤਾਂ ਇਹ ਗੋਡੀ ਕਰਨਾ ਤੇ ਨਦੀਨ ਕੱਢਣਾ ਤਾਂ ਇੱਕ ਪਾਸੇ ਰਹਿ ਗਿਆ, ਤੁਸੀਂ ਤਾਂ ਬੁਆਈ ਵਾਲੀ ਖੇਤੀ ਹੈ ਉਹਨੂੰ ਵੀ ਤੁਸੀਂ ਪੁੱਟ ਰਹੇ ਹੋ। ਇੱਕ ਕੰਮ ਕਰਨਾ ਕਰੋ, ਤੁਹਾਡੇ ਤੋਂ ਇਹ ਕੰਮ ਨਹੀਂ ਹੋਵੇਗਾ। ਆ ਜਿਹੜਾ ਹੈ ਨਦੀਨ ਕੱਢਿਆ ਹੋਇਆ ਘਾਹ ਪੱਠਾ ਜਿਹੜਾ ਨਾ, ਇਹਨੂੰ ਇੱਕ ਥਾਂ ਤੇ ਇਕੱਤਰ ਕਰਕੇ ਇਹਨੂੰ ਬੰਨ ਕਰਕੇ ਇਹਦੀਆਂ ਪੰਡਾ ਬਣਨਾ ਕਰੋ, ਤੇ ਇਹਦੀਆਂ ਪੰਡਾ ਬਣਾ ਕਰਕੇ ਇਹਨੂੰ ਆਪਣੇ ਡੇਰੇ ਦੇ ਵਿੱਚ ਲੈ ਕੇ ਜਾਓ, ਉੱਥੇ ਪਸ਼ੂਆਂ ਦਾ ਇਹ ਆਹਾਰ ਹੋਵੇਗਾ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਇਹ ਬਚਨ ਕਰਨਾ ਕੀਤਾ, ਅੱਗੋਂ ਬਾਬਾ ਲਹਿਣਾ ਜੀ ਹੁਣ ਕਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹਨ, ਉਹ ਪਾਵਨ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਬਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਲਹਿਣੇ ਆਏ ਵਹਿਰ ਤਤਕਾਲਾ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਬਾਬਾ ਲਹਿਣਾ ਜੀ ਨੂੰ ਜਦੋਂ ਕਿਹਾ ਕਿ ਪੁਰਖਾ ਇਹ ਗੋਡੀ ਦਾ ਕੰਮ ਤੁਹਾਤੋਂ ਨਹੀਂ ਹੋਣਾ ਹੈ, ਇਸ ਕਰਕੇ ਤੁਸੀਂ ਬਾਹਰ ਆ ਜਾਓ, ਬਾਹਰ ਆ ਕਰਕੇ ਆ ਨਦੀਨ ਜੋ ਹੈ ਇਹਦੀ ਪੰਡ ਬੰਨਣਾ ਕਰੋ। ਇਹ ਬਚਨ ਸੁਣ ਕਰਕੇ ਤੁਰੰਤ ਬਾਬਾ ਲਹਿਣਾ ਜੀ ਜੋ ਪੈੜੀਆਂ ਦੇ ਵਿਚਕਾਰ ਗਏ ਹੋਏ ਸਨ ਖੇਤੀ ਦੇ ਵਿੱਚ ਗੋਡੀ ਕਰਨ ਵਾਸਤੇ, ਮਹਾਰਾਜ ਜੀ ਦਾ ਬਚਨ ਮੰਨ ਕਰਕੇ ਤੁਰੰਤ ਬਾਹਰ ਆ ਗਏ। ਤ੍ਰਿਣ ਕੋ ਬਾਂਧਿਓ ਭਾਰ ਵਿਸਾਲਾ। ਜੋ ਤ੍ਰਿਣ ਪਿਆ ਹੋਇਆ ਸੀ ਨਾ, ਜੋ ਨਦੀਨ ਪਿਆ ਹੋਇਆ ਸੀ ਪੁੱਟਿਆ ਹੋਇਆ, ਉਹਦਾ ਚੰਗੀ ਤਰ੍ਹਾਂ ਭਾਰ ਉਹਦਾ ਬਣਨਾ ਕੀਤਾ, ਉਹਦੀਆਂ ਪੰਡਾ ਬਣਾਉਣੀਆਂ ਕੀਤੀਆਂ। ਪੰਕ ਨੀਰ ਨੁਚਰਤ ਜਹ ਮਾਹੀ। ਕਿਉਂਕਿ ਆ ਜਿਹੜਾ ਹੈ ਨਦੀਨ ਕੱਢਿਆ ਇਹ ਤਾਜ਼ਾ ਨਦੀਨ ਹੈ, ਤੇ ਨਾਲ ਪਿਆਰਿਓ ਆਪ ਨੂੰ ਪਤਾ ਹੋਵੇਗਾ, ਤੇ ਜਿਹੜੇ ਜ਼ਿਮੀਂਦਾਰਾ ਕਰਦੇ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਇਸ ਗੱਲ ਦਾ ਪਤਾ ਹੋਵੇਗਾ, ਕਿਉਂਕਿ ਜਦੋਂ ਆਪਾਂ ਇਹ ਜੀਰੀ ਬੋਂਦੇ ਹਾਂ, ਭਾਵ ਕਿ ਧਾਨ ਦੀ ਬੁਆਈ ਕਰਦੇ ਹਾਂ, ਤੇ ਧਾਨ ਵਾਸਤੇ ਚੌਲ ਦੇ ਵਾਸਤੇ ਪਾਣੀ ਜਿਹੜਾ ਬਹੁਤ ਜ਼ਿਆਦਾ ਲੱਗਦਾ, ਬਹੁਤ ਪਾਣੀ ਮੰਗਦਾ ਹੈ ਧਾਨ ਦੀ ਖੇਤੀ। ਤੇ ਜਦੋਂ ਇਹਦੀ ਬੁਆਈ ਸ਼ੁਰੂਆਤ ਦੇ ਵਿੱਚ ਹੁੰਦੀ, ਕਈ ਮਹੀਨੇ ਖੇਤ ਜਿਹੜਾ ਪਾਣੀ ਦੇ ਵਿੱਚ ਹੀ ਭਿੱਜਿਆ ਹੋਇਆ ਹੁੰਦਾ, 2-2 4-4 ਇੰਚ ਪਾਣੀ ਖੜਿਆ ਹੋਇਆ ਹੁੰਦਾ, ਤਾਂ ਜਾ ਕਰਕੇ ਵਧੀਆ ਫਸਲ ਉਗਦੀ ਹੈ। ਤੇ ਇਸ ਕਰਕੇ ਜਦੋਂ ਉਹਦੇ ਵਿੱਚੋਂ ਨਦੀਨ ਕੱਢੋ, ਤੇ ਇੱਕ ਤਾਂ ਚਿੱਕੜ ਤੇ ਨਾਲ ਪਾਣੀ ਜਿਹੜਾ ਹੈ ਉਹ ਲੱਗਿਆ ਹੋਇਆ ਹੈ, ਤੇ ਜਦੋਂ ਉਹਦੇ ਵਿੱਚੋਂ ਇਹ ਤ੍ਰਿਣ ਕੱਢਣਾ ਕੀਤਾ, ਨਦੀਨ ਕੱਢਣੇ ਕੀਤੇ, ਤੇ ਸਾਰਾ ਨਦੀਨ ਜਿਹੜਾ ਚਿੱਕੜ ਦੇ ਨਾਲ ਤੇ ਪਾਣੀ ਦੇ ਵਿੱਚ ਭਿੱਜਿਆ ਹੋਇਆ ਹੈ, ਉਹਦੇ ਵਿੱਚੋਂ ਪਾਣੀ ਤੇ ਚਿੱਕੜ ਚੂਰਿਆ ਹੈ। ਲੀਨ ਉਠਾਏ ਸੀਸ ਪਰ ਤਾਹੀ। ਤੇ ਬਾਬਾ ਲਹਿਣਾ ਜੀ ਨੇ ਕੁਛ ਫਰਕ ਨਹੀਂ ਕਰਨਾ ਕੀਤਾ, ਨਾ ਹੀ ਆਪਣੇ ਕੱਪੜਿਆਂ ਦੇ ਵੱਲ ਵੇਖਿਆ ਕਿ ਮੇਰੇ ਵਧੀਆ ਬਸਤਰ ਹਨ। ਮਹਾਰਾਜ ਜੀ ਦਾ ਬਚਨ ਮੰਨ ਕਰਕੇ ਤੁਰੰਤ ਉਹ ਜਿਹੜੀ ਪੰਡ ਜਿਹੜੀ ਹੈ ਘਾਹ ਪੱਠੇ ਦੀ, ਜਿਹਦੇ ਵਿੱਚੋਂ ਚਿੱਕੜ ਹੋ ਗਿਆ ਤੇ ਪਾਣੀ ਸਿਮਰਿਆ, ਉਹਨੂੰ ਲੈ ਕਰਕੇ ਆਪਣੇ ਸਿਰ ਦੇ ਉੱਤੇ ਧਰ ਦਿੱਤਾ।
ਮੋਲਾ ਪਹਿਰਿਓ। ਆਪਣੇ ਗਲ ਦੇ ਵਿੱਚ ਬਹੁਤ ਵੱਡ ਮੁੱਲਾ ਉਹਨਾਂ ਨੇ ਜਾਮਾ ਭਾਵ ਕੇ ਪੁਸ਼ਾਕ ਨੂੰ ਧਾਰਨ ਕਰਨਾ ਕੀਤਾ। ਪੰਕ ਸੰਗ ਸਗਰੂ ਤਹਿ ਭਰਿਓ। ਕਵੀ ਰਾਜੀ ਕਹਿੰਦੇ ਹਨ ਚਿੱਕੜ ਦੇ ਨਾਲ ਮਹਾਰਾਜ ਜੀ ਦਾ ਸਾਰਾ ਚੋਲਾ ਜਿਹੜਾ ਹੈ ਉਹ ਭਿੱਜ ਗਿਆ, ਲਿਬੜ ਗਿਆ ਹੈ। ਨਹਿ ਸ਼ੰਕਾ ਕੁਛ ਹਿਰਦੇ ਵਿਚਾਰੀ। ਲੇਕਿਨ ਮਹਾਰਾਜ ਜੀ ਨੇ ਆਪਣੇ ਕੱਪੜਿਆਂ ਦੀ ਸ਼ੰਕਾ ਨਹੀਂ ਕਰਨੀ ਕੀਤੀ ਹੈ। ਇਹ ਨਹੀਂ ਕਿਹਾ ਕਿ ਭਾਈ ਮੇਰੇ ਕੱਪੜੇ ਖਰਾਬ ਹੋ ਜਾਣਗੇ, ਇਹਨੂੰ ਦਾਗ ਲੱਗ ਜਾਵੇਗਾ। ਕਿਉਂਕਿ ਕਈ ਵਾਰੀ ਪਿਆਰਿਓ ਆਪਾਂ ਜਦੋਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਜਦੋਂ ਸੇਵਾ ਦੀ ਗੱਲ ਹੁੰਦੀ ਹੈ ਤੇ ਕਈ ਵਾਰੀ ਆਪਾਂ ਇਸ ਕਰਕੇ ਪਿੱਛੇ ਹਟ ਜਾਂਦੇ ਕਿ ਨਹੀਂ ਭਾਈ ਮੈਨੇ ਵਧੀਆ ਕੱਪੜੇ ਪਾਏ ਹੋਏ ਹਨ, ਜੇ ਸੇਵਾ ਕੀਤੀ ਮੇਰੇ ਕੱਪੜੇ ਜਿਹੜੇ ਹਨ ਇਹ ਮੈਲੇ ਹੋ ਜਾਣਗੇ, ਇਹਨੂੰ ਦਾਗ ਲੱਗ ਜਾਵੇਗਾ, ਇਹ ਕੱਪੜੇ ਭਿੱਜ ਜਾਣਗੇ। ਕਈ ਵਾਰੀ ਇਹਨਾਂ ਸ਼ੰਕਿਆਂ ਦੇ ਵਿੱਚ ਹੀ ਫਸ ਕਰਕੇ ਪਿਆਰਿਓ ਆਪਾਂ ਪਿੱਛੇ ਰਹਿ ਜਾਂਦੇ ਹਾਂ, ਸੇਵਾ ਤੋਂ ਵਾਂਝੇ ਰਹਿ ਜਾਂਦੇ ਹਾਂ। ਲੇਕਿਨ ਜਿਹੜੇ ਗੁਰੂ ਕੇ ਪਿਆਰੇ ਹੁੰਦੇ ਹਨ, ਜਿਨ੍ਹਾਂ ਦਾ ਸੱਚਾ ਨੇਹ ਹੁੰਦਾ ਗੁਰੂ ਕੇ ਨਾਲ, ਉਹ ਕਦੇ ਪਿਆਰਿਓ ਕੱਪੜਿਆਂ ਦੀ ਤੇ ਨਾਲ ਆਪਣੇ ਸਰਮਾਏ ਦੀ ਕਦੇ ਉਹ ਫਿਕਰ ਨਹੀਂ ਕਰਦੇ। ਇਹ ਨਹੀਂ ਕਹਿੰਦੇ ਕਿ ਭਾਈ ਮੈਂ ਵੱਡਾ ਅਫਸਰ ਆ ਜਾਂ ਮੈਂ ਫਲਾਣਾ ਵੱਡਾ ਮਾਇਆ ਧਾਰੀ ਆ, ਮੈਂ ਸੇਵਾ ਕਰਾਂਗਾ, ਮੇਰੇ ਕੱਪੜੇ ਖਰਾਬ ਹੋ ਜਾਣਗੇ, ਮੇਰਾ ਸਟੇਟਸ ਦਾ ਕੀ ਹੋਵੇਗਾ, ਲੋਕੀ ਤਾਂ ਕਹਿਣਗੇ ਕਿ ਲਓ ਭਾਈ ਇੰਨਾ ਵੱਡਾ ਬੰਦਾ ਰਹਿ ਕਰਕੇ ਕਿਹੋ ਜਿਹੇ ਲਿਬੜੇ ਹੋਏ ਕੱਪੜੇ ਪਾ ਕਰਕੇ ਰੱਖਿਆ ਹੈ। ਇਸ ਤਰ੍ਹਾਂ ਪਿਆਰਿਓ ਉਹਨਾਂ ਦੀ ਭਾਵਨਾ ਨਹੀਂ ਹੁੰਦੀ ਹੈ। ਸੇਵਾ ਦੀ ਜਦੋਂ ਗੱਲ ਆ ਜਾਵੇ, ਇਹ ਸਾਰੇ ਜਿਹੜੇ ਹਨ ਸੰਸਾਰੀ ਇਹ ਚੂੰਚਲਿਆਂ ਨੂੰ ਉਹ ਪਾਸੇ ਰੱਖ ਕਰ ਜਦੋਂ ਆਪਾਂ ਦੋਹਰੇ ਪੜ੍ਹਦੇ ਹਾਂ, ਉਹਦੇ ਵਿੱਚ ਪਿਆਰਿਓ ਤੇ ਫਰੀਦ ਸਾਹਿਬ ਜੀ ਦੇ ਸ਼ਲੋਕ, ਉਹਨਾਂ ਦੇ ਸ਼ਲੋਕਾਂ ਦੇ ਵਿੱਚ ਪਿਆਰਿਓ 2 ਸ਼ਲੋਕ ਪ੍ਰਾਪਤ ਹੁੰਦੇ। ਕਹਿੰਦੇ ਸ਼ੇਖ ਫਰੀਦ ਸਾਹਿਬ ਜੀ ਰੋਜ਼ ਅੰਮ੍ਰਿਤ ਵੇਲੇ ਉੱਠ ਕਰਕੇ ਆਪਣੇ ਮੁਰਸ਼ਿਦ ਦੇ ਘਰ ਦੇ ਵਿੱਚ ਜਾਇਆ ਕਰਦੇ ਸਨ ਇਬਾਦਤ ਤੇ ਬੰਦਗੀ ਕਰਨ ਵਾਸਤੇ। ਇੱਕ ਦਿਨ ਕੀ ਹੋਇਆ, ਘਰ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕਰਕੇ ਫਰੀਦ ਸਾਹਿਬ ਜੀ ਤਿਆਰ ਪਰ ਤਿਆਰ ਹੋ ਗਏ, ਬਸਤਰ ਵੀ ਧਾਰਨ ਕਰਨਾ ਕੀਤਾ ਤੇ ਉੱਤੋਂ ਉਹਨਾਂ ਨੇ ਕੰਬਲੀ ਵੀ ਲੈ ਲਈ ਹੈ। ਤੇ ਕੰਬਲੀ ਲੈ ਕਰਕੇ ਜਦੋਂ ਉਹ ਬਾਹਰ ਨਿਕਲਣ ਲੱਗੇ, ਅਚਨਚੇਤ ਬਹੁਤ ਜ਼ਿਆਦਾ ਮੀਂਹ ਪੈ ਗਿਆ ਤੇ ਉਹਨਾਂ ਦੇ ਮਨ ਵਿੱਚ ਫਿਰ ਸ਼ੱਕ ਪੈ ਗਿਆ ਤੇ ਉਹਨਾਂ ਨੇ ਵਿਚਾਰ ਕੀਤੀ ਕਿ ਜੇ ਮੈਂ ਜਾਵਾਂਗਾ ਨਾ, ਇੱਕ ਤਾਂ ਜਿਹੜੀ ਹੈ ਇਹ ਕੰਬਲੀ ਪਾਣੀ ਦੇ ਨਾਲ ਭਿੱਜ ਜਾਵੇਗੀ ਤੇ ਗਲੀ ਦੇ ਵਿੱਚ ਚਿੱਕੜ ਵੀ ਬਹੁਤ ਜ਼ਿਆਦਾ ਹੈ ਤੇ ਮੇਰੇ ਪਿਆਰੇ ਦਾ ਘਰ ਵੀ ਬਹੁਤ ਦੂਰ ਹੈ। ਜੇ ਮੈਂ ਜਾਵਾਂਗਾ ਚਿੱਕੜ ਦੇ ਨਾਲ ਮੇਰੇ ਹੱਥ ਪੈਰ ਲਿਬੜ ਜਾਣਗੇ, ਮੇਰੇ ਬਸਤਰ ਕੰਬਲੀ ਆਦਿਕ ਪਾਣੀ ਦੇ ਨਾਲ ਭਿੱਜ ਜਾਵੇਗੀ। ਤੇ ਇੱਕਦਮ ਮਨ ਨੇ ਉਹਨਾਂ ਨੂੰ ਰੋਕ ਲਿਆ ਕਿ ਕੋਈ ਗੱਲ ਨਹੀਂ ਹੈ ਫਰੀਦ, ਅੱਜ ਤੂੰ ਰੁਕ ਜਾ ਜਾਂ ਪਾਣੀ ਦਾ ਇੰਤਜ਼ਾਰ ਕਰ ਲੈ, ਜੇ ਮੀਂਹ ਪੈਂਦਾ ਰਹੇਗਾ ਤੇ ਇੱਕ ਦਿਨ ਦਾ ਤੂੰ ਨਾਗਾ ਕਰ ਲੈਣਾ ਕਰ, ਤੂੰ ਛੁੱਟੀ ਮਾਰ ਲੈ, ਕੀ ਤੇਰਾ ਹੋ ਚੱਲਿਆ। ਇਸ ਤਰ੍ਹਾਂ ਮਨ ਦੇ ਵਿੱਚ ਇੱਕ ਇਹ ਫੁਰਨਾ ਆਇਆ, ਵਿਚਾਰ ਆਈ। ਲੇਕਿਨ ਫਿਰ ਪਿਆਰਿਓ ਤੁਰੰਤ ਨਿਰਮਲ ਮਨ ਨੇ ਇੱਕ ਦੂਜਾ ਫੁਰਨਾ ਪੈਦਾ ਕਰ ਦਿੱਤਾ ਕਿ ਫਰੀਦ ਅੱਜ ਆ ਨਿੱਕਾ ਜਿਹਾ ਚਿੱਕੜ, ਥੋੜਾ ਜਿਹਾ ਚਿੱਕੜ, ਆ ਥੋੜਾ ਜਿਹਾ ਜੋ ਮੀਂਹ ਪੈ ਰਿਹਾ, ਇਹਦੇ ਕਰਕੇ ਇੰਨੇ ਸਾਲਾਂ ਦੀ ਤੇਰੀ ਤਪੱਸਿਆ ਜੋ ਹੈ, ਇੰਨੇ ਸਾਲਾਂ ਦਾ ਨੇਮ ਜਿਹੜਾ ਤੇਰਾ ਟੁੱਟ ਜਾ ਰਿਹਾ। ਕਹਿਣ ਦਾ ਮਤਲਬ ਕਿ ਇਹਦੇ ਨਾਲੋਂ ਤਾਂ ਇਹ ਪਾਣੀ ਤੇ ਚਿੱਕੜ ਵੱਡਾ ਹੋ ਗਿਆ, ਤੇਰਾ ਨੇਮ ਛੋਟਾ ਹੋ ਜਾਵੇਗਾ। ਇਸ ਕਰਕੇ ਉਹਨਾਂ ਨੇ ਕੋਈ ਪਰਵਾਹ ਨਾ ਕਰਦਿਆਂ ਹੋਇਆ ਉਸ ਤਰ੍ਹਾਂ ਹੀ ਚਿੱਕੜ ਦੇ ਵਿੱਚੋਂ, ਗੜੀ ਦੇ ਵਿੱਚੋਂ ਲੰਘ ਕਰਕੇ, ਕੱਪੜੇ ਭਿਜਾ ਕਰਕੇ ਆਪਣੇ ਪਿਆਰੇ ਦੇ ਘਰ ਦੇ ਵਿੱਚ ਪਹੁੰਚ ਗਏ ਤੇ ਕਿਹਾ ਜੋ ਮਰਜ਼ੀ ਹੋ ਜਾਵੇ, ਕੱਪੜੇ ਭਿੱਜ ਜਾਣ, ਚਿੱਕੜ ਲੱਗ ਜਾਵੇ, ਲੇਕਿਨ ਮੇਰੇ ਪਿਆਰੇ ਦੇ ਨਾਲ ਮੇਰਾ ਪ੍ਰੇਮ ਜਿਹੜਾ ਨੇਹ ਜਿਹੜਾ ਹੈ ਇਹ ਨਹੀਂ ਟੁੱਟਣਾ ਚਾਹੀਦਾ। ਉਹਨਾਂ ਦੇ ਸ਼ਲੋਕ ਆਪਾਂ ਜਦੋਂ ਪੜ੍ਹਦੇ ਹਾਂ, ਫਰੀਦ ਸਾਹਿਬ ਜੀ ਉਚਾਰਨ ਕਰਦੇ ਹਨ, ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜੈ ਕੰਬਲੀ ਰਹਾਂ ਤਾਂ ਟੁੱਟੈ ਨੇਹੋ। ਜੇ ਮੈਂ ਜਾਂਦਾ ਨਾ ਤੇ ਮੇਰੀ ਕੰਬਲੀ ਭਿੱਜ ਜਾਵੇਗੀ, ਜੇ ਮੈਂ ਰਹਿ ਜਾਵਾਂਗਾ ਤੇ ਮੇਰਾ ਪਿਆਰ ਇੰਨੇ ਸਾਲ ਦਾ ਨਿਤਨੇਮ ਜਿਹੜਾ ਇਹ ਟੁੱਟ ਜਾਵੇਗਾ। ਫਿਰ ਨਿਰਮਲ ਮਨ ਨੇ ਇਹ ਹੁਲਾਰਾ ਦਿੱਤਾ ਕਿ ਭਿੱਜਾਓ ਸਿੱਜਾਓ ਕੰਬਲੀ, ਅੱਲਾ ਵਰਸੈ ਮੇਹੋ, ਜਾਏ ਮਿਲਾ ਤਿੰਨਾ ਸੱਜਣਾ, ਟੁੱਟੋ ਨਾ ਹੀ ਨੇਹੋ। ਕਿ ਜੇ ਮੇਰੀ ਕੰਬਲੀ ਭਿੱਜ ਜਾਵੇਗੀ
ਪੈਰ ਚਿੱਕੜ ਦੇ ਨਾਲ ਬੇਸ਼ੱਕ ਮੇਰੇ ਭਰ ਜਾਣਗੇ, ਲੇਕਿਨ ਆਪਣੇ ਪਿਆਰੇ ਦੇ ਨਾਲ ਮੈਂ ਮਿਲ ਕਰ ਹੀ ਰਹਿਣਾ ਹੈ, ਕਿਉਂਕਿ ਮੇਰਾ ਪ੍ਰੇਮ ਨਾ ਟੁੱਟ ਜਾਵੇ। ਇਹ ਪਿਆਰਿਓ ਭਾਵਨਾ ਦੀ ਗੱਲ ਹੁੰਦੀ ਹੈ। ਕਈ ਵਾਰੀ ਜਿਨ੍ਹਾਂ ਦੇ ਅੰਦਰ ਭਾਵਨਾ ਨਹੀਂ ਹੁੰਦੀ ਹੈ, ਸ਼ਰਧਾ, ਕਈ ਵਾਰੀ ਆਪਾਂ ਵੀ ਪਿਆਰਿਓ ਇਹਨਾਂ ਚੀਜ਼ਾਂ ਕਰਕੇ ਰਹਿ ਜਾਂਦੇ ਆ ਪਿੱਛੇ ਕਿ ਭਾਈ ਮੇਰੇ ਬਸਤਰ ਖਰਾਬ ਹੋ ਜਾਣਗੇ, ਲੇਕਿਨ ਬਾਬਾ ਲੈਣਾ ਜੀ ਨੇ ਬਸਤਰਾਂ ਦੀ ਕੋਈ ਪਰਵਾਹ ਨਹੀਂ ਕਰਨੀ ਕੀਤੀ। ਉਂਝ ਹੀ ਉਹ ਪੰਡ ਜਿਹੜਾ ਆਪਣੇ ਸੀਸ ਦੇ ਉੱਤੇ ਧਾਰਨ ਕਰਨਾ ਕੀਤਾ। ਗਮਨਿਓ ਭਾਉਨ ਭਾਰ ਸਿਰ ਭਾਰੀ। ਤੇ ਬਹੁਤ ਵੱਡਾ ਪਹਾੜ ਸੇਵਕਾਂ ਨੂੰ ਕਹਿੰਦੇ ਕਿ ਭਾਈ ਔਰ ਜ਼ਿਆਦਾ ਭਾਰ ਪਾਓ, ਕਿਉਂਕਿ ਜਿਨ੍ਹਾਂ ਦੇ ਅੰਦਰ ਸੇਵਾ ਦਾ ਚਾਹ ਹੁੰਦਾ ਨਾ, ਉਹ ਹਲਕੀ ਜੀ ਨਹੀਂ ਕਰਦੇ, ਉਹ ਭਾਰੀ ਸੇਵਾ ਕਰਦੇ। ਤੇ ਸੇਵਾਦਾਰਾਂ ਨੂੰ ਕਹਿ ਕਰਕੇ 2-4 ਵੱਡੀਆਂ ਪੰਡਾਂ ਉਹਨਾਂ ਨੇ ਸਿਰ ਦੇ ਉੱਤੇ ਭਾਰੀ ਪੰਡ ਚੁੱਕ ਕਰਕੇ ਤੇ ਦਰਬਾਰ ਸਾਹਿਬ ਭਾਵ ਕੇ ਕਰਤਾਰਪੁਰ ਸਾਹਿਬ ਪਹੁੰਚ ਗਏ। ਠਾਂਡੇ ਹੁਤੇ ਪਸ਼ੂ ਜਹ ਥਾਈ। ਜਿੱਥੇ ਸਤਿਗੁਰੂ ਮਹਾਰਾਜ ਜੀ ਦੇ ਪਸ਼ੂ ਜਿਹੜੇ ਗੁਰੂ ਘਰ ਦੇ ਜਿੱਥੇ ਬੱਜੇ ਹੋਏ ਸਨ, ਤਿਨ ਆਗੇ ਤ੍ਰਿਣ ਦੀਨੇ ਪਾਈ। ਉਹਨਾਂ ਦੇ ਅੱਗੇ ਜਾ ਕਰਕੇ ਉਹ ਤ੍ਰਿਣ ਘਾਹ ਪੱਠਾ ਜਿਹੜਾ ਹੈ ਉਹਨਾਂ ਦੇ ਅੱਗੇ ਪਾ ਦਿੱਤਾ, ਸੁੱਟ ਦਿੱਤਾ। ਦੇਖ ਸੁਲਖਣੀ ਮਨ ਬਿਸਮਾਨੀ। ਆ ਕੌਤਕ ਵੇਖ ਕਰਕੇ ਮਾਤ ਸੁਲਖਣੀ ਜੀ ਜੋ ਹਨ ਉਹ ਬਹੁਤਿਓ, ਇਹ ਤਾਂ ਬੜੀ ਅਦਭੁਤ ਗੱਲ ਹੈ। ਕੁਝ ਪਤਾ ਨਹੀਂ ਚੱਲ ਰਿਹਾ ਇਹ ਕੀ ਭਾਣਾ ਵਰਤ ਰਿਹਾ ਕਰਕੇ। ਸੀਸ ਬਦਨ ਕਰ ਪਗ ਪਟ ਸਾਰੇ। ਉਹਨਾਂ ਨੇ ਕੀ ਤੱਕਿਆ, ਮਹਾਰਾਜ ਜੀ ਦਾ ਸੀਸ ਜਿਹੜਾ ਹੈ, ਨਾਲ ਬਦਨ, ਹੱਥ ਪੈਰ ਸਾਰੇ ਕੱਪੜੇ। ਰਹਿਓ ਪੰਕ ਲਗ ਦੇਖ ਵਿਚਾਰੇ। ਉਹਨਾਂ ਨੇ ਵੇਖਿਆ ਇਹ ਤਾਂ ਬਾਬਾ ਲੈਣਾ ਜੀ ਦੇ ਹੱਥ ਪੈਰ ਸੀਸ ਕੱਪੜੇ ਇਹ ਪੰਕ ਦੇ ਨਾਲ ਕਿਚੜ ਦੇ ਨਾਲ ਭਿੱਜ ਗਏ। ਇਹ ਵੇਖ ਕਰਕੇ ਮਨ ਵਿੱਚ ਵਿਚਾਰ ਆਈ, ਇਸ ਕੋ ਭਇਓ ਅਨਾਦਰ ਪੂਰੀ। ਮਾਤ ਜੀ ਨੂੰ ਲੱਗਿਆ ਕਿ ਇਹ ਲੱਗਦਾ ਬਹੁਤ ਵੱਡੇ ਰਈਸ ਘਰੋਂ ਇਹ ਆਏ ਸਨ, ਬਹੁਤ ਵੱਡੇ ਮਾਇਆ ਧਾਰੀ ਸਨ, ਤੇ ਇਹਨਾਂ ਦਾ ਤਾਂ ਨਿਰਾਦਰ ਹੋ ਗਿਆ। ਹਿਤ ਕਰ ਆਇਓ ਹੁਤੋ ਸੋ ਦੂਰੀ। ਬਹੁਤ ਹਿਤ ਕਰਕੇ ਪ੍ਰੇਮ ਦੇ ਨਾਲ ਇੰਨੇ ਦੂਰੋਂ ਜਿਹੜੇ ਚੱਲ ਕਰਕੇ ਆਏ ਤੇ ਆ ਕਰਕੇ ਇੱਥੇ ਆਪਣੇ ਹੱਥ ਪੈਰ ਸਾਰੇ ਕੱਪੜੇ ਕਿਚੜ ਦੇ ਨਾਲ ਭਿਉਂ ਦਿੱਤੇ। ਇਹ ਤਾਂ ਇਹਨਾਂ ਦਾ ਬਹੁਤ ਵੱਡਾ ਨਿਰਾਦਰ ਹੋ ਗਿਆ। ਇਹ ਮਾਤ ਸੁਲਖਣੀ ਜੀ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ। ਭਈ ਸੰਝ ਬੇਦੀ ਕੁਲ ਕੇਤਾ। ਤਾਂ ਫਿਰ ਜਦੋਂ ਸੰਝਾਂ ਦਾ ਵੇਲਾ ਹੋਇਆ, ਬੇਦੀ ਕੁਲਦੀਪ ਆਏ ਦਾਸਨ ਯੁਕਤ ਨਿਕੇਤਾ। ਆਪਣੇ ਸੇਵਕਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪੈੜੀਆਂ ਤੋਂ ਸਾਰਾ ਕੰਮਕਾਰ ਕਰਾ ਕੇ ਵਾਪਸ ਕਰਤਾਰਪੁਰ ਸਾਹਿਬ ਡੇਰਾ ਆਉਂਦੇ ਹਨ। ਦੇਖ ਸੁਲਖਣੀ ਬਚਨ ਬਖਾਨੇ। ਮਾਤ ਸੁਲਖਣੀ ਜੀ ਨੇ ਸਤਿਗੁਰੂ ਮਹਾਰਾਜ ਜੀ ਨੂੰ ਵੇਖ ਕਰਕੇ ਬਚਨ ਕੀਤਾ, ਬੇਨਤੀ ਕੀਤੀ। ਕਰਹੁ ਨਿਰਾਦਰ ਮਨੁਜ ਮਹਾਨੇ। ਕਿਆ ਦਾਤਾਰ ਜੀਓ, ਤੁਹਾਡੀ ਲੀਲਾ ਤਾਂ ਅਪਰ ਅਪਾਰ ਹੈ, ਕੁਝ ਪਤਾ ਨਹੀਂ ਚੱਲ ਰਿਹਾ। ਆ ਹੁਣੇ ਮੈਂ ਵੇਖਿਆ ਬਹੁਤ ਵੱਡਾ ਕੋਈ ਰਈਸ ਜ਼ਿਆਦਾ ਮਾਇਆ ਧਾਰੀ ਬੰਦਾ ਆਇਆ ਸੀ ਤੇ ਇੰਨੀ ਸ਼ਰਧਾ ਦੇ ਨਾਲ ਉਹ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਤੇ ਆਪ ਜੀ ਨੇ ਤਾਂ ਉਹਨਾਂ ਦੀ ਬਹੁਤ ਵੱਡੀ ਨਿਰਾਦਰੀ ਕਰ ਦਿੱਤੀ। ਉੱਤਮ ਪੁਰਖ ਆਜ ਜੋ ਆਇਓ। ਸਤਿਗੁਰੂ ਜੀ ਕਹਿਣ ਲੱਗੇ ਕੀ ਗੱਲ ਹੈ, ਕਿਹਦੀ ਗੱਲ ਕਰ ਰਹੇ ਹੋ? ਤਾਂ ਮਾਤ ਜੀ ਨੇ ਕਿਹਾ ਅੱਜ ਜਿਹੜਾ ਦੁਪਹਿਰੇ ਬਹੁਤ ਉੱਤਮ ਪੁਰਖ ਜਿਹੜਾ ਹੈ ਉਹਨੂੰ ਵੇਖ ਕਰਕੇ ਲੱਗਦਾ ਸੀ ਕਿ ਉੱਚੀ ਕੁਲ ਵਾਲਾ ਕੋਈ ਰਈਸ ਬੰਦਾ ਆਇਆ। ਗਰ ਜਾਮਾ ਬਹੁਮੋਲ ਸੁਹਾਇਓ। ਉਹਨੇ ਆਪਣੇ ਗਲ ਦੇ ਵਿੱਚ ਬਹੁਤ ਬੇਸ਼ਕੀਮਤੀ ਵਡਮੁੱਲਾ ਗਲ ਵਿੱਚ ਜਾਮਾ ਪਾਇਆ ਸੀ, ਚੋਲਾ ਧਾਰਨ ਕਰਨਾ ਕੀਤਾ। ਤੈ ਸਿਰ ਪੰਗ ਭਰਿਓ ਬਹੁ ਭਾਰੂ। ਤੇ ਉਹ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਜਦੋਂ ਮੇਰੇ ਕੋਲ ਆਇਆ ਤੇ ਮੈਨੇ ਉਹਨਾਂ ਨੂੰ ਪੈੜੀਆਂ ਦੇ ਵੱਲ ਭੇਜ ਦਿੱਤਾ ਕਿ ਸਤਿਗੁਰਾਂ ਦੇ ਹੁਣੇ ਦਰਸ਼ਨ ਕਰਨੇ ਤਾਂ ਮਹਾਰਾਜ ਜੀ ਉੱਥੇ ਤੈਨੂੰ ਪ੍ਰਾਪਤ ਹੋਣਗੇ। ਤੇ ਉਹ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਉੱਥੇ ਗਏ ਸਨ, ਲੇਕਿਨ ਸਤਿਗੁਰੂ ਮਹਾਰਾਜ ਆਪ ਜੀ ਨੇ ਤਾਂ ਬੜਾ ਬੁਰਾ ਕਰ ਦਿੱਤਾ ਉਹਦੇ ਨਾਲ, ਉਹਦੀ ਨਿਰਾਦਰੀ ਹੋ ਗਈ ਹੈ। ਇੰਨਾ ਵੱਡਾ ਮਾਇਆ ਧਾਰੀ ਚੰਗਾ ਜਿਹਨੇ ਲਿਬਾਸ ਧਾਰਨ ਕਰਨਾ ਕੀਤਾ, ਉਹ ਸ਼ਰਧਾ ਦੇ ਨਾਲ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਤੇ ਅੱਗੋਂ ਆਪ ਜੀ ਨੇ ਕਿਚੜ ਦੇ ਨਾਲ ਗੰਦਗੀ ਦੇ ਨਾਲ ਉਹਦੇ ਬਸਤਰ ਲਿਬੇੜ ਦਿੱਤੇ।
ਉਹਦੇ ਸਿਰ ਦੇ ਉੱਤੇ ਭਾਰ ਪੰਡਾਂ ਚਕਵਾ ਕਰਕੇ ਵਾਪਸ ਭੇਜਣਾ ਕੀਤਾ। ਸੋ ਉਚਵਾਏ ਚੀਰ ਕਰ ਖੁਆਰੂ। ਤੇ ਉਹਨਾਂ ਨੂੰ ਪੰਡਾਂ ਉਚਵਾ ਕਰਕੇ ਉਹਨਾਂ ਦੇ ਬਸਤਰ ਆਪ ਜੀ ਸਤਿਗੁਰੂ ਮਹਾਰਾਜ ਪੂਰੇ ਖੁਆਰ ਕਰ ਦਿੱਤੇ, ਮਲੀਨ ਕਰ ਦਿੱਤੇ। ਗੁਣ ਖਾਨੀ ਸੁਨ ਬੈਨ ਉਚਾਰੇ। ਗੁਨਾ ਦੀ ਖਾਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੁਣ ਕਰਕੇ ਬਚਨ ਕੀਤਾ ਹੈ। ਨਹੀਂ ਪੰਕ ਸੰਗ ਭਰਿਓ ਭਾਰੇ। ਸਤਿਗੁਰੂ ਜੀ ਕਹਿਣ ਲੱਗੇ, ਭਾਗਵਾਨੇ ਤੁਹਾਡੇ ਵੇਖਣ ਦੇ ਵਿੱਚ ਕੁਝ ਫਰਕ ਲੱਗਦਾ। ਤੁਹਾਨੂੰ ਜੋ ਪੰਕ ਕਿਚੜ ਨਜ਼ਰ ਆ ਰਿਹਾ ਨਾ, ਉਹ ਅਸਲ ਦੇ ਵਿੱਚ ਕਿਚੜ ਨਹੀਂ ਹੈ। ਦੀਨ ਦੁਨੀ ਕਾ ਛਤਰ ਸੋ ਦੀਓ। ਸਤਿਗੁਰੂ ਮਹਾਰਾਜ ਨਾਲ ਕਹਿਣ ਲੱਗੇ ਕਿ ਜਿਹੜੀ ਪੰਡ ਤੁਹਾਨੂੰ ਪੰਡ ਕਰਕੇ ਨਜ਼ਰ ਆ ਰਹੀ ਹੈ, ਬੇਸ਼ੱਕ ਤੁਹਾਡੀ ਦ੍ਰਿਸ਼ਟੀ ਦੇ ਵਿੱਚ ਤੇ ਸੰਸਾਰੀ ਦ੍ਰਿਸ਼ਟੀ ਦੇ ਵਿੱਚ ਉਹ ਪੰਡ ਹੀ ਨਜ਼ਰ ਆਵੇਗੀ, ਲੇਕਿਨ ਸਾਡੀ ਦ੍ਰਿਸ਼ਟੀ ਦੇ ਨਾਲ ਦੇਖੋਗੇ ਤੇ ਅਸਾਂ ਨੇ ਦੀਨ ਤੇ ਦੁਨੀਆ ਦਾ ਛਤਰ ਜਿਹੜਾ ਹੈ ਬਾਬਾ ਲੈਣਾ ਦੇ ਸਿਰ ਦੇ ਉੱਤੇ ਧਰ ਦਿੱਤਾ। ਅਪਰ ਨਾ ਇਹ ਸਮ ਜਗ ਮਹਿ ਬੀਓ। ਇਹਦੇ ਸਮਾਨ ਸੰਸਾਰ ਦੇ ਵਿੱਚ ਦੂਜਾ ਭਾਰੀ ਪੁਰਖ ਨਹੀਂ ਪੈਦਾ ਹੋਇਆ ਹੈ। ਕਰਕੇ ਨਜ਼ਰ ਆ ਰਿਹਾ ਨਾ ਜੋ ਚਿੱਕੜ ਕੇਸਰ ਕੋ ਹਮਨੇ ਸ਼ਿਰਕਾਵਾ। ਲੇਕਿਨ ਇਹੀ ਤਾਂ ਦ੍ਰਿਸ਼ਟੀ ਦੀ ਭੁੱਲ ਹੈ। ਤੁਹਾਡੀ ਨਿਗਾਹ ਦੇ ਵਿੱਚ ਇਹ ਚਿੱਕੜ ਤੁਹਾਨੂੰ ਨਜ਼ਰ ਆ ਰਿਹਾ, ਲੇਕਿਨ ਅਸਾਂ ਨੇ ਇਹ ਕੇਸਰ ਦਾ ਛਿੜਕਾਅ ਕਰਨਾ ਕੀਤਾ। ਭਾਵ ਕਿ ਇਹ ਇਹਨਾਂ ਦੇ ਉੱਤੇ ਕੇਸਰ ਦੀਆਂ ਛਿੱਟਾਂ ਪਈਆਂ ਹੋਈਆਂ ਹਨ। ਅਬ ਤੁਮ ਦੇਖ ਖਰੋ ਤੁਮ ਨੇਰੇ। ਤੇ ਹੁਣ ਦੂਰੋਂ ਨਹੀਂ, ਹੁਣ ਲਾਗੇ ਹੋ ਕਰਕੇ ਤੁਸੀਂ ਦੇਖਣਾ ਕਰੋ। ਦੇਖੋ ਤੂੰ ਕੇਸਰ ਸ਼ਿਰ ਕੇਰੇ। ਜੇ ਲਾਗੇ ਹੋ ਕਰਕੇ ਵੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਇਹ ਕਿਚੜ ਨਹੀਂ ਹੈ, ਇਹ ਤਾਂ ਕੇਸਰ ਚੰਦਨ ਦਾ ਛਿੜਕਾ ਇਹਨਾਂ ਦੇ ਸਰੀਰ ਦੇ ਉੱਤੇ, ਇਹਨਾਂ ਦੇ ਬਸਤਰ ਦੇ ਉੱਤੇ ਕੀਤਾ ਗਿਆ ਹੈ। ਗੁਰ ਕਹੇ ਦੇਖਿਓ ਕਹੇ ਪ੍ਰਭ ਦੇਖਾ। ਤੇ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਮਾਤ ਜੀ ਨੂੰ ਕਿ ਚੰਗੀ ਤਰ੍ਹਾਂ ਦੇਖੋ। ਅਗੋਂ ਮਾਤ ਜੀ ਕਹਿਣ ਲੱਗੇ, ਹਾਂ ਮਾਲਕ ਜੀ ਮੈਨੇ ਵੇਖਿਆ ਹੈ। ਤੁਮਰੀ ਗਤ ਤੁਮ ਲਖੋ ਅਲੇਖਾ। ਹੱਥ ਜੋੜ ਕਰਕੇ ਕਹਿ ਦਿੱਤਾ ਕਿ ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਆਪ ਜੀ ਦੀ ਗਤ ਮਿਤ ਲਖੀ ਨਹੀਂ ਜਾਂਦੀ ਹੈ, ਆਪ ਜੀ ਦੀ ਗਤ ਅਪਰ ਅਪਾਰ ਹੈ। ਭਵ ਸਾਗਰ ਦਾਰੁਨ ਕੇ ਮਾਹੀ। ਜੋ ਹੈ ਭਵ ਸਾਗਰ, ਸੰਸਾਰ ਸਾਗਰ ਜੋ ਬੜਾ ਵਿਕਰਾਲ ਭਿਆਨਕ ਹੈ। ਗੁਰ ਕਹੇ ਨਰਬਹੁ ਬੂੜਤ ਜਾਹੀ। ਸਤਿਗੁਰੂ ਜੀ ਕਹਿਣ ਲੱਗੇ, ਬਹੁਤ ਸਾਰੇ ਮਨੁੱਖ ਸੰਸਾਰ ਸਾਗਰ ਦੇ ਵਿੱਚ ਜਿਹੜੇ ਗੋਤੇ ਖਾ ਰਹੇ ਹਨ, ਜਿਹੜੇ ਡੁੱਬਣ ਵਾਲੇ ਹਨ। ਬਹੁ ਨਰਕੂ ਮਲਾਹ ਇਹ ਹੋਈ। ਮਹਾਰਾਜ ਜੀ ਨੇ ਪਹਿਲਾਂ ਹੀ ਬਚਨ ਕਰ ਦਿੱਤਾ, ਵਰ ਦੇ ਦਿੱਤਾ। ਇਹ ਬਚਨ ਜੋ ਚੱਲ ਰਿਹਾ ਨਾ, ਬਾਬਾ ਲੈਣਾ ਜੀ ਤਾਂ ਬਹੁਤ ਦੂਰ ਸਨ। ਇਹ ਸਤਿਗੁਰੂ ਮਹਾਰਾਜ ਜੀ ਦਾ ਤੇ ਮਾਤ ਸੁਲੱਖਣੀ ਜੀ ਦਾ ਆਪਸ ਦੇ ਵਿੱਚ ਸੰਵਾਦ ਚੱਲ ਰਿਹਾ। ਮਹਾਰਾਜ ਜੀ ਨੇ ਕਿਹਾ, ਇਹ ਜੋ ਪੁਰਖ ਜਿਹੜਾ ਨਜ਼ਰ ਆ ਰਿਹਾ ਨਾ, ਇਹ ਕੋਈ ਆਮ ਮਾਮੂਲੀ ਕੋਈ ਪੁਰਖ ਨਹੀਂ ਹੈ, ਬਹੁਤ ਭਾਰੀ ਪੁਰਖ ਹਨ। ਇਹ ਸੰਸਾਰ ਸਾਗਰ ਨੂੰ ਤਾਰਨ ਵਾਸਤੇ ਬਹੁਤ ਵੱਡੇ ਇਹ ਮਲਾ ਹੋਣਗੇ। ਪਾਰ ਕਰਹਿ ਭਵ ਸਾਗਰ ਜੋਈ। ਬਹੁਤ ਸਾਰੇ ਜੀਆਂ ਦਾ ਸਾਡੇ ਤੋਂ ਬਾਅਦ ਇਹਨਾਂ ਨੇ ਉਧਾਰ ਕਰਨਾ ਹੈ। ਜੋ ਮਹਾਰਾਜ ਜੀ ਨੇ ਕਿਹਾ ਨਾ ਕਿ ਆ ਸੇਵਾ ਦੇ ਵਿੱਚ ਕਈ ਵਾਰੀ ਜਿਹੜੇ ਮਹਾਂਪੁਰਖ ਵੀ ਪਿਆਰਿਓ ਕਿਹਾ ਕਰਦੇ ਹਨ। ਸਤਿਗੁਰੂ ਮਹਾਰਾਜ ਜੀ ਨੇ ਵੀ ਕਿਹਾ, ਜਦੋਂ ਸੇਵਾ ਕਰਦੇ ਆ ਕਈ ਵਾਰੀ ਬਸਤਰ ਜੇ ਕਈ ਵਾਰੀ ਮੈਲੇ ਕੁਚੈਲੇ ਹੋ ਜਾਂਦੇ ਤਾਂ ਇਹਦਾ ਮਤਲਬ ਇਹ ਜਾਣੋ ਕਿ ਭਾਈ ਇਹ ਤਾਂ ਸਤਿਗੁਰੂ ਮਹਾਰਾਜ ਜੀ ਨੇ ਆਪ ਕੇਸਰ ਤੇ ਚੰਦਨ ਦਾ ਛਿੜਕਾਅ ਕਰਨਾ ਕੀਤਾ। ਭਾਵ ਕਿ ਇਹ ਭਾਵਨਾ ਹੋਣੀ ਚਾਹੀਦੀ ਹੈ। ਲੇਕਿਨ ਇਹ ਵੀ ਨਾ ਸਮਝਣਾ ਕਰੋ ਕਿ ਭਾਈ ਸੇਵਾ ਥੋੜੀ ਕਰਨੀ ਹੈ, ਐਵੇਂ ਕੱਪੜੇ ਹੀ ਜ਼ਿਆਦਾ ਲਿਬੇੜ ਦੇਣੇ ਨਹੀਂ ਪਿਆਰਿਓ। ਹਾਂ, ਜੇ ਕਈ ਵਾਰੀ ਗਲਤੀ ਦੇ ਨਾਲ ਜੇ ਲਿਬੜ ਵੀ ਜਾਣਗੇ ਤੇ ਮਹਾਰਾਜ ਜੀ ਨੇ ਕਿਹਾ ਕਿ ਸੇਵਾ ਕਰਦਿਆਂ ਜਦੋਂ ਇਹ ਬਸਤਰ, ਇਹ ਤਾਂ ਫਿਰ ਜਾਣੋ ਕਿ ਇਹ ਕੇਸਰ ਤੇ ਚੰਦਨ ਦਾ ਛਿੜਕਾ ਹੋਇਆ ਹੈ। ਦੂਸ਼ਣ ਭਈ ਸੁਲੱਖਣੀ ਸੁਣ ਕਰਕੇ ਮਾਤ ਸੁਲੱਖਣੀ ਜੀ ਇੱਕਦਮ ਚੁੱਪ ਹੋ ਗਏ ਹਨ। ਲਹਿਣਾ ਹਰਖਿਓ ਕਰੁਣਾ ਗੁਣ ਕੈ। ਤੇ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਪਾਤਰ ਬਣ ਕਰਕੇ
ਗੁਰੂ ਘਰ ਦੀ ਸੇਵਾ ਪ੍ਰਾਪਤ ਕਰਕੇ ਬਾਬਾ ਲੈਣਾ ਜੀ ਬਹੁਤ ਜ਼ਿਆਦਾ ਪ੍ਰਸੰਨ ਹੋਏ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉੱਤਰਾਰਧੇ ਸ੍ਰੀ ਅੰਗਦ ਜੀ ਮਿਲਾਪ ਪ੍ਰਸੰਗ ਵਰਣਨੰ ਨਾਮ 47ਵਾਂ ਅਧਿਆਇ। ਇੱਥੇ ਪਿਆਰਿਓ ਇਹ ਅਧਿਆਇ ਦੀ ਸਮਾਪਤੀ ਹੁੰਦੀ ਹੈ, ਜਿਹਦੇ ਵਿੱਚ ਬਾਬਾ ਲੈਣਾ ਜੀ ਆ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਮਿਲਦੇ ਹਨ। ਭਾਵ ਕਿ ਬਾਬਾ ਲੈਣਾ ਜੀ ਦਾ ਤੇ ਸਤਿਗੁਰੂ ਮਹਾਰਾਜ ਜੀ ਦਾ ਮਿਲਾਪ ਹੁੰਦਾ। ਦੋਹਰਾ ਸ੍ਰੀ ਸਰਸਵਤੀ ਨਾਮ ਸ਼ੁਭ ਮੂਲ ਸੋ ਕਵਿਤਾ ਬੇਲ। ਅੱਗੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਅਗਲੇ ਅਧਿਆਇ ਦੀ ਆਰੰਭਤਾ ਤੋਂ ਪਹਿਲਾਂ ਕਵੀ ਸੰਕੇਤਿਕ ਮਰਿਆਦਾ ਮੰਗਲ ਉਹਨਾਂ ਨੇ ਉਚਾਰਨ ਕਰਨਾ ਕੀਤਾ। ਕਹਿੰਦੇ ਕਿ ਸ੍ਰੀ ਸਰਸਵਤੀ ਦਾ ਭਾਵ ਪਿਆਰਿਓ, ਕਿਉਂਕਿ ਇਹਨਾਂ ਜਦੋਂ ਇਹ ਦੇਵੀ ਤੇ ਦੇਵਤੇ ਦੀ ਜਦੋਂ ਵੀ ਗੱਲ ਆਉਂਦੀ ਹੈ, ਆਮ ਕਿਉਂਕਿ ਹਿੰਦੂਆਂ ਨੇ ਕੀ ਕਰਨਾ ਕੀਤਾ ਕਿ ਕੋਈ ਵੀ ਮੂਰਤੀ ਬਣਾ ਲਈ ਹੈ ਤੇ ਫਿਰ ਉਹ ਮੂਰਤੀ ਦੇ ਉਪਾਸ਼ਕ ਬਣਦੇ ਹਨ, ਮੂਰਤੀ ਦੀ ਪੂਜਾ ਕਰਦੇ ਹਨ। ਲੇਕਿਨ ਪਿਆਰਿਓ ਸਿਰਫ ਮੂਰਤੀ ਪੂਜਾ ਨਹੀਂ, ਲੇਕਿਨ ਉਹ ਗੁਣ ਦਾ ਉਹ ਗ੍ਰਾਹੀ ਨਹੀਂ ਬਣਦੇ। ਜਿਸ ਤਰ੍ਹਾਂ ਕਿ ਆਪ ਜੀ ਦੇਖੋ, ਆਪਾਂ ਵੇਖਦੇ ਹਾਂ ਹਿੰਦੂਆਂ ਦੇ ਵਿੱਚ ਜੇ ਸਭ ਦੀ ਮੂਰਤੀ ਬਣਾਓ ਤੇ ਸਭ ਦੀ ਤਾਂ ਉਹ ਪੂਜਾ ਕਰਦੇ ਹਨ, ਮੂਰਤੀ ਦੀ ਤਾਂ ਪੂਜਾ ਕਰਨੀ ਹੈ, ਕਹਿਣਾ ਜੀ ਨਾਗ ਦੇਵਤਾ। ਲੇਕਿਨ ਪ੍ਰਤੱਖ ਨਾਗ ਆ ਜਾਵੇ, ਸੱਪ ਆ ਜਾਵੇ ਤੇ ਡਾਂਗਾਂ ਦੇ ਨਾਲ ਮਾਰ ਕੇ ਉਹਨੂੰ ਮਾਰ ਦਿੰਦੇ, ਖਤਮ ਕਰ ਦਿੰਦੇ। ਤੇ ਪ੍ਰਤੱਖ ਜਿਹੜਾ ਸੱਪ ਹੈ ਭਾਈ, ਉਹਨੂੰ ਤਾਂ ਦੇਵਤਾ ਨਹੀਂ ਬੋਲਦੇ, ਲੇਕਿਨ ਪੱਥਰ ਦੀ ਮੂਰਤੀ ਰੱਖ ਦਿਓ ਤੇ ਉਹਨੂੰ ਕਹਿੰਦੇ ਜੀ ਨਾਗ ਦੇਵਤਾ। ਆ ਚੂਹਾ ਜਿਹੜਾ ਨਾ ਆ ਚੂਹੇ ਦੇ ਵੀ ਫਿਰ ਮੰਦਰਾਂ ਦੇ ਵਿੱਚ ਗਣਪਤੀ ਦੇ ਹੇਠ ਰੱਖ ਦਿੰਦੇ ਹਨ ਤੇ ਉਹਦੀ ਤਾਂ ਬੜੀ ਪੂਜਾ, ਪੱਥਰ ਦੀ ਤਾਂ ਬੜੀ ਪੂਜਾ ਕਰਦੇ, ਚੂਹੇ ਦੀ ਕਹਿੰਦੇ ਜੀ ਇਹ ਉੰਦਰ ਦੇਵਤਾ ਕਰਕੇ ਚੂਹਾ ਦੇਵਤਾ। ਲੇਕਿਨ ਜੇ ਪ੍ਰਤੱਖ ਆ ਜਾਵੇ ਘਰ ਦੇ ਵਿੱਚ, ਚੂਹੇ ਵੜ ਜਾਣ ਤੇ ਉਹਨੂੰ ਮਾਰ ਦਿੰਦੇ ਹਨ। ਤੇ ਜਿਸ ਤਰ੍ਹਾਂ ਕਿ ਗਾਂ ਹੋ ਗਿਆ, ਬਲਦ ਵੀ ਆ ਜਾਵੇ ਤੇ ਕਹਿੰਦੇ ਜੀ ਇਹ ਬਲਦ, ਇਹ ਨੰਦੀ ਮਹਾਰਾਜ ਕਰਕੇ ਪੱਥਰ ਦੀ ਮੂਰਤੀ ਨੂੰ ਮਹਾਰਾਜ ਬੋਲਦੇ। ਪ੍ਰਤੱਖ ਬਲਦ ਆ ਜਾਵੇ ਤੇ ਮਾਰ ਕੇ ਉਹਨੂੰ ਭਜਾ ਦਿੰਦੇ। ਕਹਿਣ ਦਾ ਭਾਵ ਹੈ ਕਿ ਇਹ ਲੋਕ, ਇਹਨਾਂ ਨੇ ਪਿਆਰਿਓ ਹਰ ਚੀਜ਼ ਨੂੰ, ਕੋਈ ਵੀ ਗੁਣ ਜਿਹੜਾ ਸੀ ਨਾ, ਤੇ ਅਸਲ ਦੇ ਵਿੱਚ ਜੋ ਗੁਣ ਸੀ ਉਹ ਗੁਣ ਨੂੰ ਚਿੱਤਰਨ ਕਰਨ ਵਾਸਤੇ ਇੱਕ ਉਹਦੀ ਇਹਨਾਂ ਨੇ ਮੂਰਤੀ ਬਣਾ ਲਈ। ਲੇਕਿਨ ਗੁਣਾਂ ਦੇ ਗ੍ਰਾਹੀ ਨਹੀਂ ਬਣਦੇ ਹਨ, ਉਹ ਮੂਰਤੀ ਦੇ ਉਪਾਸ਼ਕ ਬਣ ਜਾਂਦੇ, ਮੂਰਤੀ ਦੀ ਪੂਜਾ ਕਰਦੇ। ਅਸਲ ਦੇ ਵਿੱਚ ਜੋ ਆਦਿ ਸ਼ਕਤੀ ਹੈ, ਜਿਹਨੇ ਸਾਰਿਆਂ ਨੂੰ ਪੈਦਾ ਕਰਨਾ ਕੀਤਾ, ਜਿਹਨੂੰ ਆਪਾਂ ਭਗਉਤੀ ਬੋਲਦੇ ਆ, ਉਹ ਭਗਉਤੀ ਜਿਹੜੀ ਹੈ ਆਦਿ ਸ਼ਕਤੀ ਨੂੰ, ਉਹਨੂੰ ਚਿੱਤਰਨ ਕਰਨ ਵਾਸਤੇ ਇੱਕ ਉਹਦੀ ਇਹਨਾਂ ਨੇ ਮੂਰਤੀ ਬਣਾ ਲਈ। ਇਸ ਤਰ੍ਹਾਂ ਹੀ ਪਿਆਰਿਓ ਜੋ ਵਿਦਿਆ ਹੈ, ਜੋ ਗਿਆਨ ਹੈ, ਅਸਲ ਦੇ ਵਿੱਚ ਗਿਆਨ ਦੀ ਇਹਨਾਂ ਨੇ ਕੀ ਕਰਨਾ ਕੀਤਾ, ਇੱਕ ਮੂਰਤੀ ਬਣਾ ਲਈ। ਉਹ ਮੂਰਤੀ ਦਾ ਨਾਮ ਇਹਨਾਂ ਨੇ ਰੱਖ ਲਿਆ ਸਰਸਵਤੀ। ਲੇਕਿਨ ਗਿਆਨ ਤਾਂ ਪਿਆਰਿਓ ਗਿਆਨ ਹੀ ਹੈ, ਲੇਕਿਨ ਇਹ ਗਿਆਨ ਤੋਂ ਵਾਂਝੇ ਰਹਿ ਜਾਣਾ, ਪੜ੍ਹਾਈ ਲਿਖਾਈ ਨਹੀਂ ਕਰਨੀ ਹੈ, ਸਿਰਫ ਸਰਸਵਤੀ ਦੀ ਪੂਜਾ ਕਰ ਲਿਓ ਤਾਂ ਪਿਆਰਿਓ ਕੋਈ ਬੰਦਾ ਵਿਦਵਾਨ ਪੰਡਤ ਨਹੀਂ ਬਣ ਜਾਂਦਾ। ਕਈ ਲੋਕ ਪਿਆਰਿਓ ਇਹ ਕਰਦੇ ਹਨ, ਕਿਉਂਕਿ ਆਪ ਨੂੰ ਪਤਾ ਹੋਵੇਗਾ ਇੱਥੋਂ ਲਾਗੇ ਹੀ ਇੱਕ ਬਾਸਰ ਕਰਕੇ ਜ਼ਿਲ੍ਹਾ ਵੱਜਦਾ ਹੈ, ਤੇਲੰਗਾਨਾ ਦੇ ਵਿੱਚ ਲੱਗਦਾ, ਤਕਰੀਬਨ ਇੱਥੋਂ 100 ਕਿਲੋਮੀਟਰ ਦੂਰ ਹੈ। ਤੇ ਉੱਥੇ ਸਰਸਵਤੀ ਦਾ ਬੜਾ ਪੁਰਾਤਨ ਉੱਥੇ ਮੰਦਿਰ ਹੈ, ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਤੇ ਕਈ ਲੋਕ ਕੀ ਕਰਦੇ ਹਨ, ਆਪਾਂ ਵੇਖਦੇ ਹਾਂ ਸਿੱਖਾਂ ਦੇ ਵੀ ਬੱਚੇ ਜਿਹੜੇ, ਤੇ ਸਿੱਖ ਪਰਿਵਾਰ ਵੀ ਕਈ ਵਾਰੀ ਕੀ ਕਰਦੇ, ਜਦੋਂ ਬੱਚੇ ਨੂੰ ਸਕੂਲਾਂ ਦਾਖਲਾ ਦਿਲਾਉਣਾ ਹੈ ਜਾਂ ਬੱਚੇ ਨੂੰ ਸਕੂਲ ਦੇ ਵਿੱਚ ਪੜਾਉਣਾ, ਜਾਂ 10ਵੀਂ ਜਾਂ ਵਿਸ਼ੇਸ਼ ਜਦੋਂ ਪ੍ਰੀਖਿਆ ਆਉਂਦੀ, ਤੇ ਉੱਥੇ ਜਾ ਕਰਕੇ ਉਹ ਮੂਰਤੀ ਦੇ ਅੱਗੇ ਜਾ ਕਰਕੇ ਝੁਕਦੇ ਹਨ, ਉੱਥੇ ਜਾ ਕਰਕੇ ਪੂਜਾ ਕਰਦੇ ਕਿ ਭਾਈ ਇਹਨੂੰ ਸਰਸਵਤੀ ਦੀ ਪ੍ਰਾਪਤੀ ਹੋ ਜਾਵੇ। ਇਸ ਤਰ੍ਹਾਂ ਪਿਆਰਿਓ ਭਾਵੇਂ ਮੂਰਤੀ ਦੇ ਅੱਗੇ ਜਿੰਨੇ ਮਰਜੀ ਨੱਕ ਰਗੜੀ ਜਾਓ, ਮੱਥੇ ਫੋੜ ਲਓ, ਲੇਕਿਨ ਤੁਹਾਨੂੰ ਵਿਦਿਆ ਦੀ ਦਾਤ ਨਹੀਂ ਪ੍ਰਾਪਤ ਹੋਵੇਗੀ। ਜੇ ਸਿਰਫ ਇਸ ਤਰ੍ਹਾਂ ਕਿਸੇ ਮੂਰਤੀ ਦੇ ਅੱਗੇ ਸਿਰ ਰੱਖਣ ਕਰਕੇ ਤੇ ਤੁਸੀਂ ਵਿਦਵਾਨ ਨਹੀਂ ਬਣ ਜਾਓਗੇ, ਤੁਹਾਨੂੰ ਪੜ੍ਹਾਈ ਕਰਨੀ ਪਵੇਗੀ, ਗੁਣਾਂ ਦੇ ਗ੍ਰਾਹੀ ਬਣਨਾ ਪਵੇਗਾ, ਗਿਆਨ ਨੂੰ ਅਰਜਨ ਕਰਨਾ ਪਵੇਗਾ, ਤਾਂ ਜਾ ਕਰਕੇ ਤੁਸੀਂ ਵਿਦਵਾਨ, ਸਮਝਦਾਰ, ਸੂਝਵਾਨ ਬਣ ਸਕਦੇ ਹੋ। ਸਿਰਫ ਜੇ ਪੱਥਰਾਂ ਦੀ ਪੂਜਾ ਕਰ ਲਿਓ, ਜਿਸ ਤਰ੍ਹਾਂ ਕਿ ਸਰਸਵਤੀ, ਕਈ ਲੋਕ
ਉੱਥੇ ਜਾ ਕਰਕੇ ਪੂਜਾ ਕਰਦੇ ਹਨ, ਅਨੁਸ਼ਠਾਨ ਕਰਕੇ ਬੱਚਿਆਂ ਨੂੰ। ਕਈ ਪਿਆਰਿਓ ਆਪਣੇ ਸਿੱਖਾਂ ਦੇ ਵੀ ਬੱਚੇ, ਕਈ ਮਾਤਾ ਪਿਤਾ ਜਿਹੜੇ ਹਨ ਕਿ ਇਹਨੂੰ ਚੰਗੀ ਤਰ੍ਹਾਂ ਜਿਹੜੀ ਵਿਦਿਆ ਪ੍ਰਾਪਤ ਹੋ ਜਾਵੇ, ਇਸ ਕਰਕੇ ਸਰਸਵਤੀ ਦਾ ਉੱਥੇ ਜਾ ਕਰਕੇ ਪੂਜਨ ਕਰਦੇ। ਨਹੀਂ ਪਿਆਰਿਓ, ਇਹਨੂੰ ਕਹਿੰਦੇ ਵਿਦਿਆ ਸੰਸਕਾਰ। ਸਤਿਗੁਰੂ ਮਹਾਰਾਜ ਜੀ ਨੇ ਜੋ 6 ਸੰਸਕਾਰਾਂ ਦੀ ਗੱਲ ਕਰਨੀ ਕੀਤੀ, ਇਹ ਜਿਹੜਾ ਵਿਦਿਅਕ ਸੰਸਕਾਰ ਜਿਹੜਾ ਹੈ ਇਹ ਦੂਜੇ ਨੰਬਰ ਦਾ ਸੰਸਕਾਰ ਆਉਂਦਾ। ਤੇ ਜਦੋਂ ਵਿਦਿਆ ਸੰਸਕਾਰ ਕਿਸ ਤਰ੍ਹਾਂ ਕਰਨਾ ਚਾਹੀਦਾ, ਜਾਂ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਕੇ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਾਉਣੀ ਚਾਹੀਦੀ ਹੈ। ਨਹੀਂ ਤਾਂ ਫਿਰ ਗੁਰੂ ਘਰ ਦੇ ਵਿੱਚ ਆਓ, ਗੁਰੂ ਘਰ ਦੇ ਵਿੱਚ ਆ ਕਰਕੇ ਇੱਥੇ ਅਰਦਾਸ ਕਰਾਉਣੀ ਚਾਹੀਦੀ ਹੈ। ਕਈ ਜਿਹੜੇ ਗੁਰਮੁਖ ਪਿਆਰੇ ਕੀ ਕਰਦੇ ਹਨ, ਗੁਰੂ ਘਰ ਦੇ ਵਿੱਚ ਆ ਕਰਕੇ ਫਿਰ ਬੱਚਿਆਂ ਦੀ ਜਦੋਂ ਸਕੂਲਾਂ ਦੇ ਵਿੱਚ ਪਾਇਆ ਜਾਂਦਾ ਨਾ ਨਵੇਂ ਬੱਚਿਆਂ ਨੂੰ, ਉਸ ਵੇਲੇ ਗੁਰੂ ਘਰ ਦੇ ਵਿੱਚ ਆ ਕਰਕੇ ਤੇ ਜਿੰਨਾ ਕੁਛ ਸਰਦਾ ਬਣਦਾ ਮਾਇਆ ਭੇਟ ਕਰਦੇ ਹਨ, ਪ੍ਰਸ਼ਾਦ ਆਦਿਕ ਚੜਾ ਕਰਕੇ ਫਿਰ ਬੱਚੇ ਦੀ ਇੱਥੇ ਅਰਦਾਸ ਕੀਤੀ ਜਾਂਦੀ ਹੈ ਵਿਦਿਆ ਦਾਤ ਵਾਸਤੇ। ਤੇ ਨਾਲ ਕਈ ਜਿਹੜੇ ਗੁਰਮੁਖ ਕੀ ਕਰਦੇ, ਫਿਰ ਪੈਨ ਕਾਪੀ ਉਹ ਵੀ ਲੈ ਕੇ ਆ ਜਾਂਦੇ ਹਨ। ਕਈ ਇੱਥੋਂ ਹੀ ਫਿਰ ਤੇ ਇੱਕ ਓੰਕਾਰ ਬੱਚਿਆਂ ਤੋਂ ਲਿਖਾਉਂਦੇ ਹਨ। ਇਹ ਗੁਰਮਤ ਦੇ ਵਿੱਚ ਵਿਦਿਆ ਸੰਸਕਾਰ ਇੰਜ ਹੁੰਦਾ ਹੈ। ਲੇਕਿਨ ਕਈ ਪਿਆਰਿਓ ਮੂਰਤੀਆਂ ਦੇ ਅੱਗੇ ਜਾ ਕਰਕੇ ਆਪਣੇ ਸਿਰ ਫੋੜ ਲਿਓ, ਨਾ ਨੱਕ ਰਗੜ ਲਿਓ, ਤੁਹਾਨੂੰ ਕੋਈ ਵਿਦਿਆ ਪ੍ਰਾਪਤ ਨਹੀਂ ਹੋ ਜਾਵੇਗੀ। ਇਹ ਤਾਂ ਇੱਕ ਗੁਣ ਹੈ, ਲੇਕਿਨ ਇਹਨਾਂ ਨੇ ਗੁਣ ਨੂੰ ਇੱਕ ਮੂਰਤੀ ਬਣਾ ਲਿਆ। ਮੂਰਤੀ ਦੀ ਪੂਜਾ ਕਰੋਗੇ ਤੁਹਾਨੂੰ ਕੁਛ ਪ੍ਰਾਪਤ ਨਹੀਂ ਹੋਵੇਗਾ, ਲੇਕਿਨ ਗੁਣਾਂ ਦੇ ਗ੍ਰਾਹੀ ਬਣੋਗੇ ਤਾਂ ਤੁਹਾਨੂੰ ਸਭ ਦੀ ਪ੍ਰਾਪਤੀ ਹੋ ਜਾਵੇਗੀ। ਇਸ ਕਰਕੇ ਕਵੀ ਰਾਜ ਜੀ ਕਹਿੰਦੇ ਹਨ ਕਿ ਸ਼੍ਰੀ ਸਰਸਵਤੀ ਨਾਮ ਸ਼ੋਭਾ, ਜੋ ਇਹ ਗੁਣ ਹੈ, ਇਹ ਜੋ ਵਿਦਿਆ ਹੈ, ਇਹ ਮੂਲ ਸੋ ਕਵਿਤਾ ਬੇਲ, ਇਹ ਕਵਿਤਾ ਰੂਪੀ ਜੋ ਬੇਲ ਹੈ ਨਾ, ਉਹਦੀ ਇਹ ਮੁੱਢ ਹੈ, ਉਹਦੀ ਇਹ ਜੜ ਹੈ। ਫੂਲਨ ਫਲਨੋ ਲਲਿਤ ਬਹੁ ਉਕਤ ਜੁਗਤ ਲਖ ਮੇਲ। ਕਿਉਂ ਇਹ ਮੂਲ ਹੈ? ਕਿਉਂਕਿ ਪਿਆਰਿਓ ਕਿ ਤੁਹਾਡੇ ਕੋਲ ਗੁਣ ਨਾ ਹੋਵੇ, ਵਿਦਵਤਾ ਨਾ ਹੋਵੇ। ਜੇ ਤੁਹਾਡੇ ਅੰਦਰ ਵਿਦਵਤਾ ਨਾ ਹੋਵੇ ਤਾਂ ਤੁਹਾਡੇ ਅੰਦਰ ਕਵਿਤਾ ਕਦੇ ਵੀ ਪੈਦਾ ਨਹੀਂ ਹੋ ਸਕਦੀ ਹੈ। ਇੱਕ ਕਵੀ ਬਣਨਾ ਪਿਆਰਿਓ ਬਹੁਤ ਜ਼ਿਆਦਾ ਕਠਿਨ ਹੁੰਦਾ ਹੈ। ਬਹੁਤ ਜ਼ਿਆਦਾ ਅਰਬਾਂ ਖਰਬਾਂ ਸ਼ਬਦਾਂ ਦਾ ਗਿਆਨ ਪ੍ਰਾਪਤ ਹੋਣਾ ਚਾਹੀਦਾ, ਤਾਂ ਜਾ ਕਰਕੇ ਪਿਆਰਿਓ ਕੋਈ ਕਵੀ ਜਿਹੜਾ, ਇੱਕ ਵਿਅਕਤੀ ਜਿਹੜਾ ਉਹ ਕਵੀ ਬਣਦਾ। ਜਿਸ ਤਰ੍ਹਾਂ ਕਿ ਆਪਾਂ ਜਿਹੜੇ ਗ੍ਰੰਥ ਦੀ ਕਥਾ ਕਰ ਰਹੇ ਹਾਂ, ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ, ਕਈ ਜਿਹੜੇ ਪਿਆਰਿਓ ਮੂਰਖ ਮਤੀਏ ਹਨ, ਦਾਸ ਤਾਂ ਸਿੱਧਾ ਕਹਿ ਰਿਹਾ ਕਿ ਉਹ ਮੂਰਖ ਹਨ, ਨਾ ਸਮਝ ਹਨ, ਸਿੱਖੀ ਤੋਂ ਤੋੜਨ ਦਾ ਯਤਨ ਕਰਦੇ। ਤੇ ਉਹਨਾਂ ਨੇ ਫਿਰ ਆਪ ਤਾਂ ਕੁਛ ਨਹੀਂ ਕਰਨਾ, ਆਪ ਤਾਂ ਕੋਈ ਸਾਖੀ ਨਹੀਂ, ਬਸ ਐਵੇਂ ਕੋਈ ਕਿੰਤੂ ਪਰੰਤੂ ਦਾ ਵਿਸ਼ਾ ਕੱਢ ਕਰਕੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਦੇ ਉੱਤੇ ਟਿੱਪਣੀ ਕਰ ਦੇਣੀ ਹੈ, ਬਾਹਾਂ ਖਿਲਾਰ ਕੇ ਬੋਲ ਦੇਣਾ। ਨਹੀਂ ਪਿਆਰਿਓ, ਕਹਿਣ ਵਾਸਤੇ ਤਾਂ ਬਹੁਤ ਆਸਾਨ ਹੈ, ਤੋੜਨ ਨੂੰ ਕਿਹੜਾ ਕੋਈ ਘਾਟਾ ਲੱਗਦਾ ਹੈ। ਤੋੜਨ ਨੂੰ ਤਾਂ ਬਸ ਬਹੁਤ ਛੇਤੀ ਸਮੇਂ ਦੇ ਵਿੱਚ ਤੁਸੀਂ ਤਾਂ ਕਿਹਨੂੰ ਤੋੜ ਸਕਦੇ ਹੋ, ਲੇਕਿਨ ਜੋੜਨਾ, ਉਸਾਰੀ ਕਰਨੀ, ਉਹਦੇ ਵਿੱਚ ਪਿਆਰਿਓ ਮਿਹਨਤ ਲੱਗਦੀ ਹੈ, ਮਸ਼ੱਕਤ ਲੱਗਦੀ ਹੈ। ਕਹਿਣ ਨੂੰ ਤਾਂ ਕੀ ਹੈ, ਮੇਰੇ ਵਰਗੇ ਕਈ ਭੌਂਕੀ ਜਾਂਦੇ ਹਨ, ਕਈ ਜਾਂਦੇ ਹਨ, ਲੇਕਿਨ ਉਹਨਾਂ ਨੂੰ ਆ ਕਰਕੇ ਦੱਸੋ, ਕਹੋ ਕਿ ਭਾਈ ਤੂੰ ਕਵੀ ਰਾਜ ਦੀ ਬੜੀ ਨਿੰਦਾ ਕਰਦਾ ਹੈ। ਦੇਖ, ਤੇ ਕਵੀ ਰਾਜ ਨੇ ਭਾਵ ਕਿ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਪਿਆਰਿਓ ਪੂਰੇ ਇਹ ਆਪਣੇ ਕਵਿਤਾ ਦੇ ਵਿੱਚ, ਪੂਰੇ ਇਸ ਗ੍ਰੰਥ ਦੇ ਵਿੱਚ 2.5 ਲੱਖ ਤੋਂ ਵੱਧ ਉਹਨਾਂ ਨੇ ਛੰਦਾਬੰਦੀ ਦੀ ਰਚਨਾ ਕਰਨੀ ਕੀਤੀ। 2.5 ਲੱਖ ਤੋਂ ਵੱਧ। ਆਪਾਂ ਪਿਆਰਿਓ ਇੱਕ ਪੰਕਤੀ ਨੂੰ ਹੀ ਜੋੜ ਨਹੀਂ ਸਕਦੇ ਆ। ਇੱਕ ਪੰਕਤੀ ਬਣਾਉਣਾ ਸਾਡੇ ਵਾਸਤੇ ਕਵਿਤਾ ਦੇ ਵਿੱਚ ਬਹੁਤ ਜ਼ਿਆਦਾ ਕਠਿਨ ਹੁੰਦਾ। 2.5 ਲੱਖ ਉਹਨਾਂ ਨੇ ਛੰਦਾਬੰਦੀ ਉਹਨਾਂ ਨੇ ਰਚ ਦਿੱਤੀ। ਕਿੰਨੇ ਵੱਡੇ ਉਹ ਵਿਦਵਾਨ ਹੋਣਗੇ, ਕਿੰਨਾ ਉਹਨਾਂ ਦੇ ਅੰਦਰ ਗੁਣ ਹੋਵੇਗਾ।